ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ। ਪੰਜਾਬ, ਪੰਜਾਬੀ ਅਤੇ ਪੰਜਾਬੀ ਦੇ ਨਾਲ ਜੁੜੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਉਸ ਸੰਘਰਸ਼ ਦੇ ਵੱਲ ਕਰਾਂਗੇ ਜੋ ਸੰਘਰਸ਼ ਲਗਾਤਾਰ ਦਿੱਲੀ ਦੀਆਂ ਵਰੂਹਾਂ ਦੇ ਉੱਤੇ ਲਗਭਗ 2 ਮਹੀਨਿਆਂ ਤੋਂ ਹੈ ਤੇ ਇਸੇ ਸੰਘਰਸ਼ ਦਾ ਹੁਣ ਇੱਕ ਪੜਾਅ 26 ਜਨਵਰੀ ਨੂੰ ਵੇਖਣ ਨੂੰ ਮਿਲਣਾ ਹੈ, ਜਿੱਥੇ ਕਿਸਾਨ ਪਰੇਡ ਕੱਢੀ ਜਾਣੀ ਹੈ। 26 ਜਨਵਰੀ ਨੂੰ ਲੈ ਕੇ ਪੂਰੇ ਮੁਲਕ ਦੇ ਵਿੱਚ ਤਿਆਰੀਆਂ ਹੋ ਰਹੀਆਂ ਨੇ। ਇੱਕ ਪਾਸੇ ਤਿਆਰੀਆਂ ਸਰਕਾਰੀ ਸਮਾਗਮਾਂ ਨੂੰ ਲੈ ਕੇ ਨੇ, ਜਿੱਥੇ ਸਰਕਾਰੀ ਤੌਰ ਤੇ ਉੱਤੇ ਗਣਤੰਤਰ ਦਿਹਾੜਾ ਮਨਾਇਆ ਜਾਣਾ ਹੈ, ਤੇ ਦੂਜੇ ਪਾਸੇ ਇਸ ਵਾਰ ਵੱਖਰੀ ਗੱਲ ਵੇਖਣ ਨੂੰ ਮਿਲ ਰਹੀ ਹੈ ਕਿ ਇਸ ਵਾਰ ਕਿਸਾਨ ਆਪਣਾ ਗਣਤੰਤਰ ਦਿਹਾੜਾ ਵੱਖਰੇ ਢੰਗ ਦੇ ਨਾਲ ਮਨਾ ਰਹੇ ਨੇ। ਕਿਸਾਨ ਪਰੇਡ ਦਿੱਲੀ ਦੇ ਵਿੱਚ ਕੱਢੀ ਜਾਣੀ ਹੈ, ਜਿਸ ਪਰੇਡ ਦੀਆਂ ਤਿਆਰੀਆਂ ਪੂਰੇ ਮੁਲਕ ਦੇ ਵਿੱਚ ਨੇ। ਇਸ ਪਰੇਡ ਦੇ ਵੱਖੋ ਵੱਖਰੇ ਰੂਪ ਵਿਖ ਰਹੇ ਨੇ, ਰਿਹਰਸਲਾਂ ਹੋ ਰਹੀਆਂ ਨੇ, ਇਸ ਪਰੇਡ ਦੀਆਂ ਅਭਿਆਸ ਲਗਾਤਾਰ ਚੱਲ ਰਹੇ ਨੇ, ਰੈਲੀਆਂ ਕੱਢੀਆਂ ਜਾ ਰਹੀਆਂ ਨੇ ਤਾਂ ਜੋ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਇਸ ਰੈਲੀ ਦਾ ਹਿੱਸਾ ਬਣਨ ਦੇ ਲਈ। ਤਸਵੀਰਾਂ ਪਿੰਡਾਂ ਦੀਆਂ ਵੀ ਵਿਖਾਵਾਂਗੇ, ਪਹਿਲਾਂ ਤਸਵੀਰਾਂ ਸ਼ਹਿਰਾਂ ਦੀਆਂ ਵਿਖਾਉਂਦੇ ਹਾਂ, ਜਿੱਥੇ ਸ਼ਹਿਰਾਂ ਦੇ ਵਿੱਚ ਵੱਡੀਆਂ ਟਰੈਕਟਰ ਰੈਲੀਆਂ ਦਾ ਆਯੋਜਨ ਕੀਤਾ ਗਿਆ ਹੈ ਤੇ ਇਹਨਾਂ ਟਰੈਕਟਰ ਰੈਲੀਆਂ ਦੀ ਅਗਵਾਈ ਔਰਤਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਇਹ ਤਸਵੀਰਾਂ ਲੁਧਿਆਣਾ ਦੇ ਸਨਅਤੀ ਸ਼ਹਿਰ ਦੀਆਂ ਵਿਖਾ ਰਹੇ ਹਾਂ, ਜਿੱਥੇ ਲੁਧਿਆਣਾ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਨਅਤਕਾਰਾਂ ਦੇ ਵੱਲੋਂ, ਵੱਡੇ ਵਪਾਰੀਆਂ ਦੇ ਵੱਲੋਂ ਇਹ ਰੈਲੀ ਕੱਢੀ ਗਈ ਹੈ, ਜਿਸ ਦੇ ਵਿੱਚ ਹਰ ਇੱਕ ਮਹਿੰਗੇ ਤੋਂ ਮਹਿੰਗੇ ਕਰੋੜਾਂ ਦੇ ਮੋਟਰਸਾਈਕਲ ਵੀ ਨਜ਼ਰ ਆਏ ਨੇ, ਟਰੈਕਟਰ ਨਜ਼ਰ ਆਏ ਨੇ, ਮਹਿੰਗੀਆਂ ਗੱਡੀਆਂ ਨਜ਼ਰ ਆਈਆਂ ਨੇ ਅਤੇ ਆਮ ਲੋਕਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ ਕਿ ਤੁਸੀਂ ਇਸ ਕਿਸਾਨੀ ਸੰਘਰਸ਼ ਦਾ ਹਿੱਸਾ ਬਣੋ। ਇਹ ਤਸਵੀਰਾਂ ਬੜੀਆਂ ਮਨਮੋਹਕ ਨੇ ਕਿਉਂਕਿ ਇਸ ਦੇ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਨਜ਼ਰ ਆ ਰਿਹਾ ਹੈ। ਤੇ ਹੁਣ ਤਸਵੀਰਾਂ ਰੂਪਨਗਰ ਦੀਆਂ ਵਿਖਾਵਾਂਗੇ, ਜਿੱਥੇ ਰੂਪਨਗਰ ਦੇ ਵਿੱਚੋਂ ਵੱਡਾ ਕਾਫਲਾ ਦਿੱਲੀ ਦੇ ਲਈ ਰਵਾਨਾ ਹੋ ਚੁੱਕਿਆ ਹੈ। ਇਹ ਕਾਫਲਾ ਹਰ ਇੱਕ ਖਾਸ ਪ੍ਰਬੰਧ ਆਪਣੇ ਨਾਲ ਲੈ ਕੇ ਰਵਾਨਾ ਹੋਇਆ, ਜਿਸ ਦਾ ਪ੍ਰਬੰਧ ਇਹਨਾਂ ਨੂੰ ਉੱਥੇ ਜਾ ਕੇ ਕਰਨਾ ਨਾ ਪਵੇ। ਇਸ ਟਰਾਲੀਆਂ ਦੇ ਵਿੱਚ ਹਰ ਤਰ੍ਹਾਂ ਦਾ ਪ੍ਰਬੰਧ ਹੈ, ਖਾਣ ਪੀਣ ਤੋਂ ਲੈ ਕੇ ਬਾਲਣ ਤੱਕ ਦਾ ਪ੍ਰਬੰਧ ਇਹਨਾਂ ਕਿਸਾਨਾਂ ਦੇ ਵੱਲੋਂ ਨਾਲ ਲੈ ਕੇ ਜਾਇਆ ਗਿਆ ਹੈ। ਨਾਲ ਹੀ ਟਰੈਕਟਰ ਪਰੇਡ ਦਾ ਹਿੱਸਾ ਬਣਨ ਦੇ ਲਈ ਵੱਖੋ ਵੱਖਰੇ ਤਰੀਕੇ ਨਾਲ ਟਰੈਕਟਰਾਂ ਨੂੰ ਸ਼ਿੰਗਾਰਿਆ ਵੀ ਗਿਆ। ਇਹ ਤਸਵੀਰਾਂ ਰੂਪਨਗਰ ਦੀਆਂ ਨੇ। बिल्कुल पहुँचांगे, गुरु महाराज का ओट आसरा लेके चले हाँ तो ट्रैक्टर के विच शमूलीयत करांगे। परेड जो हो रही है तो जथेबंदियां ने भी कहा भी चाहे 72 घंटे लग जाए ये परेड होगी तो कोई भी ट्रैक्टर जो परेड तो वापस नहीं जाऊगा, वो शमूलीयत करांगे, जरूर करांगे। ਅੱਜ ਕਿਰਤੀ ਕਿਸਾਨ ਮੋਰਚਾ ਰੋਪੜ ਵੱਲੋਂ ਰੋਪੜ ਜ਼ਿਲ੍ਹੇ ਦੇ ਵਿੱਚੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਇੱਕ ਜਿਹੜਾ ਵੱਡਾ ਕਾਫਲਾ ਟਰੈਕਟਰ ਟਰਾਲੀਆਂ ਦਾ ਗੱਡੀਆਂ ਦਾ ਜਿਹੜਾ ਉਹ ਰਵਾਨਾ ਹੋਇਆਗਾ ਤੇ ਜੋ ਦਿੱਲੀ ਦੇ ਵਿੱਚ 26 ਜਨਵਰੀ ਦੀ ਪਰੇਡ ਆ ਉਹਦੇ ਲਈ ਅਸੀਂ ਅੱਜ ਪੂਰੇ ਉਤਸ਼ਾਹ ਦੇ ਨਾਲ ਇੱਥੋਂ ਨੌਜਵਾਨਾਂ ਨੇ, ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕੀਤਾ। ਇਹ ਤਸਵੀਰਾਂ ਮੁਲਕ ਦੇ ਬਾਕੀ ਹਿੱਸਿਆਂ ਦੇ ਵਿੱਚੋਂ ਵੀ ਸਾਹਮਣੇ ਆ ਰਹੀਆਂ ਨੇ। ਟਰੈਕਟਰ ਪਰੇਡ ਦਾ ਅਭਿਆਸ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਵਿੱਚ ਵੀ ਆ। ਉੱਤਰ ਪ੍ਰਦੇਸ਼ ਦੀਆਂ ਤਸਵੀਰਾਂ ਨੇ ਜੋ ਹੁਣ ਤੱਕ ਸਾਡੇ ਤੱਕ ਆਪੜੀਆਂ ਨੇ ਕਿ ਉੱਤਰ ਪ੍ਰਦੇਸ਼ ਦੇ ਵਿੱਚ ਵੀ ਵੱਡੀ ਟਰੈਕਟਰ ਰੈਲੀ ਕੱਢੀ ਗਈ ਆ। ਮੁਜ਼ੱਫਰਨਗਰ ਦੀਆਂ ਤਸਵੀਰਾਂ ਨੇ ਯੂਪੀ ਦੇ, ਜਿੱਥੇ ਇਹ ਕਿਸਾਨ ਭਾਈਚਾਰੇ ਦੇ ਵੱਲੋਂ ਟਰੈਕਟਰਾਂ ਦੇ ਉੱਤੇ ਸਵਾਰ ਹੋ ਕੇ ਆਮ ਲੋਕਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ ਤੇ ਇਸ ਟਰੈਕਟਰ ਪਰੇਡ ਦਾ ਹਿੱਸਾ ਬਣਨ ਦੇ ਲਈ ਕਿਹਾ ਜਾ ਰਿਹਾ। ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਇਹ ਤਸਵੀਰਾਂ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੀਆਂ ਨੇ। ਉਧਰ ਕਿਸਾਨੀ ਸੰਘਰਸ਼ ਦੇ ਵਿੱਚ ਆਮ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਕਿ ਆਖਰਕਾਰ ਕਿਸਾਨੀ ਸੰਘਰਸ਼ ਦੇ ਵਿੱਚ ਜਾਣ ਵਾਲੇ ਲੋਕਾਂ ਨੂੰ ਕਿਹੋ ਜਿਹੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਤੇ ਕਿਹੋ ਜਿਹੇ ਪ੍ਰਬੰਧ ਆਮ ਲੋਕ ਨਾਲ ਲੈ ਕੇ ਜਾਣ, ਅਤੇ ਜੇਕਰ ਉੱਥੇ ਕਿਸੇ ਕਿਸਮ ਦੇ ਫਸਟ ਐਡ ਦੀ ਜ਼ਰੂਰਤ ਪੈਂਦੀ ਹੈ ਤਾਂ ਕਿਹੋ ਜਿਹੇ ਪ੍ਰਬੰਧ ਹੋਣੇ ਚਾਹੀਦੇ ਨੇ। ਇਸ ਦੇ ਲਈ ਪੈਂਫਲੇਟ ਛਪਵਾ ਕੇ ਇਹਨਾਂ ਕਿਸਾਨਾਂ ਨੂੰ ਵੰਡੇ ਗਏ ਨੇ ਜੋ ਕਿਸਾਨ ਦਿੱਲੀ ਦੇ ਲਈ ਰਵਾਨਾ ਹੋਏ ਨੇ। ਇਹਨਾਂ ਪੈਂਫਲੇਟ ਦੇ ਵਿੱਚ ਹਰ ਕੋਈ ਚੀਜ਼ ਲਿਖੀ ਗਈ ਹੈ। ਦੱਸਦੀਏ ਕਿ ਉਪਰਾਲਾ ਪੱਛਮੀ ਕਲੱਬ ਆਸਟ੍ਰੇਲੀਆ ਦੇ ਵੱਲੋਂ ਕੀਤਾ ਗਿਆ, ਜਿਨ੍ਹਾਂ ਦੇ ਵੱਲੋਂ ਅੰਮ੍ਰਿਤਸਰ ਦੇ ਮਾਨਾਵਾਲਾ ਟੋਲ ਪਲਾਜ਼ਾ ਦੇ ਉੱਤੇ ਇਹ ਪੈਂਫਲੇਟ ਵੰਡੇ ਗਏ ਨੇ ਅਤੇ ਕਿਸਾਨ ਸੰਘਰਸ਼ ਦੇ ਵਿੱਚ ਜ਼ਰੂਰੀ ਚੀਜ਼ਾਂ ਦੇ ਲਈ ਆਮ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੈਂਫਲੇਟ ਵੰਡਣ ਦਾ ਮੇਰਾ ਇੱਕੋ ਹੀ ਮਕਸਦ ਆ ਵੀ ਜਿਹੜੀਆਂ ਮੁਸ਼ਕਿਲਾਂ ਸਾਨੂੰ ਸ਼ੰਭੂ ਬਾਰਡਰ ਤੋੜਨ ਲੱਗਿਆ 26 ਨਵੰਬਰ ਨੂੰ ਆਈਆਂ ਸੀ, ਉਹ ਹੁਣ ਮੁਸ਼ਕਿਲਾਂ ਸਾਨੂੰ ਨਾ ਆਉਣ, ਕਿਉਂਕਿ ਸਾਨੂੰ ਪਤਾ ਨਹੀਂ ਕੇਂਦਰ ਦੀ ਨੀਤੀ ਕੀ ਹੈ, ਕੇਂਦਰ ਸਰਕਾਰ ਦਾ ਵਤੀਰਾ ਕੀ ਹੈ। ਅਸੀਂ ਤਾਂ ਆਪਣੇ ਸੰਘਰਸ਼ 'ਚ ਜਾਰੀ ਹਾਂ, ਬੈਠੇ ਸੀ, ਹੁਣ ਵੀ ਜਾਰੀ ਹਾਂ। ਅਤੇ ਉਹਦੇ ਵਿੱਚ ਮੈਂ ਇਹ ਚੀਜ਼ਾਂ ਮੇਨ ਲਿਖੀਆਂ ਨੇ ਵੀ ਸਭ ਤੋਂ ਅੱਗੇ ਜਿਹੜੇ ਟਰੈਕਟਰ ਹੋਣ ਉਹ ਸਾਡੇ ਨੌਜਵਾਨ ਵੀਰਾਂ ਦੇ ਹੋਣ। ਉਹ 'ਚ ਜਿਹੜੇ ਅਥਰੂ ਗੈਸ ਦੇ ਗੋਲੇ ਜਿਹੜੇ ਸੁੱਟਦੇ ਨੇ ਉਹ 'ਚ ਗਿੱਲੇ ਪਰਨੇ ਰੱਖਣ, ਗਿੱਲੀਆਂ ਬੋਰੀਆਂ ਰੱਖਣ, ਜਿਹੜਾ ਅਸੀਂ ਉਹਨੂੰ ਢੱਕ ਸਕੀਏ। ਉਹਦੇ ਵਿੱਚ ਹੋਰ 2-4 ਚੀਜ਼ਾਂ ਮੈਂ ਲਿਖੀਆਂ ਨੇ ਕਾਫੀ, ਮਤਲਬ ਇਹਨਾਂ ਦੇ ਹੱਕ ਵਿੱਚ। ਫਸਟ ਏਡ ਦਾ ਮੈਂ ਮੇਨ ਲਿਖਿਆ ਵੀ ਜੇ ਕਿਸੇ ਨੂੰ ਬਾਈ ਚਾਂਸ ਕੋਈ ਪ੍ਰੋਬਲਮ ਆਉਂਦੀ ਹੈ ਫਸਟ ਏਡ 'ਤੇ ਨਹੀਂ ਪਵੇ। ਅਗਰ ਕਿਸੇ ਨੂੰ ਨਹੀਂ ਪਤਾ ਤੇ ਉਹ ਗੂਗਲ ਤੋਂ ਵੀ ਸਰਚ ਕਰਕੇ ਫਸਟ ਏਡ ਦਾ ਤਰੀਕਾ ਲੱਭ ਸਕਦਾ ਹੈ। ਉਧਰ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਨੂੰ ਲੈ ਕੇ ਕਿਹੋ ਜਿਹਾ ਵਤੀਰਾ ਚੱਲ ਰਿਹਾ ਹੈ ਅਤੇ ਕਿਹੋ ਜਿਹੀ ਇਹ ਟਰੈਕਟਰ ਪਰੇਡ ਹੋਣ ਵਾਲੀ ਹੈ, ਕਿਉਂਕਿ ਵੱਖ-ਵੱਖ ਆਗੂਆਂ ਦੇ ਬਿਆਨ ਨੇ ਤੇ ਵੱਖ-ਵੱਖ ਲੋਕਾਂ ਦੇ ਬਿਆਨ ਨੇ ਇਸ ਦੇ ਵਿੱਚ ਕਿ ਟਰੈਕਟਰ ਪਰੇਡ ਇਤਿਹਾਸਿਕ ਹੋਣ ਵਾਲੀ ਹੈ।
ਇਸ ਦੇ ਉੱਤੇ ਐਕਸਪਰਟ ਰਾਏ ਲਵਾਂਗੇ ਤੇ ਸਿੱਧਾ ਸੀਨੀਅਰ ਪੱਤਰਕਾਰਾਂ ਦੇ ਵੱਲ ਚੱਲਦੇ ਹਾਂ। ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਅਤੇ ਸ਼ਰਦ ਵਰਮਾ ਜੀ ਮੇਰੇ ਨਾਲ ਹਾਜ਼ਰ ਨੇ। ਪਹਿਲਾਂ ਡੱਲਾ ਸਾਹਿਬ ਦੇ ਕੋਲ ਚੱਲਦੇ ਹਾਂ। ਡੱਲਾ ਸਾਹਿਬ, ਕਿਸ ਤਰ੍ਹਾਂ ਵੇਖ ਰਹੇ ਹੋ ਜਿਸ ਤਰ੍ਹਾਂ ਇਹ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਵੱਖਰਾ ਪੜਾਅ ਵੇਖਿਆ ਜਾ ਰਿਹਾ ਹੈ? ਜੇਕਰ ਆਮ ਲੋਕਾਂ ਦੀ ਜਾਂ ਬੁੱਧੀਜੀਵੀਆਂ ਦੀ ਸੁਣੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਟਰੈਕਟਰ ਪਰੇਡ ਇੱਕ ਵੱਡਾ ਰਿਕਾਰਡ ਸਾਬਤ ਕਰਕੇ ਜਾਵੇਗੀ ਤੇ ਰਿਕਾਰਡ ਆਉਣ ਵਾਲੇ ਦਿਨਾਂ ਦੇ ਵਿੱਚ ਇਤਿਹਾਸ ਦੇ ਵਿੱਚ ਲਿਖਿਆ ਜਾਵੇਗਾ। देखो, किसान परेड की तो बहुत वड्डी तैयारी है गगन, पिछले कई दिनों तो सी, और पूरे मुल्क चो किसान ने जिहड़े वो ट्रैक्टर लैके दिल्ली वाल रवाना हो रहे ने, बड़ी तेज़ी नाल रवाना हो रहे ने। पर एक बहुत वड्डी अपडेट है जिहड़ी मैं वो भी जरूर साझी कर दूंगा कि हुण सुरक्षा दे नाल किसान अंदोलन जिहड़ा ये अगे वधूगा। किसान परेड नूं एक तरीके नाल दिल्ली पुलिस सुरक्षा देगी। दिल्ली पुलिस के जॉइंट कमिश्नर ने इंटैलीजेंस विंग दे, उन्होंने एक पत्रकार सम्मेलन किया है और उन्होंने पत्रकार सम्मेलन करके खुलासा कर दिता है कि प्रिंसीपली अंडरस्टैंडिंग बनी है पुलिस दे विच और किसानां दे विच। तीन थां ਸਿੰਘੂ बार्डर तो, टिकरी बार्डर तो, गाजीपुर बार्डर तो किसान दिल्ली च जा सकणगे, किसान परेड कर सकणगे, गणतंत्र परेड कर सकणगे और वापस आउणगे। और कुछ शर्तां भी लाइयां गईयां ने और ये भी कहा गया है कि जदों सरकारी समागम खत्म हो जाऊगा उस तो बाद किसान अपनी गणतंत्र दिवस की ट्रैक्टर परेड कर सकते हैं। सो दिल्ली पुलिस ने कई वड्डियां गल्लां गगन ट्रैक्टर परेड बारे किया। किसान तैयार ने पूरी तरह नाल। पाकिस्तान की गल भी विच आ गई है। 13 जनवरी तो लैके 19 जनवरी तक कुछ दिनों के विच ही दिल्ली पुलिस के मुताबिक 308 ट्विटर हैंडल पाकिस्तान च बने ने ਜਿਹੜੇ ਕਿਤੇ ਨਾ ਕਿਤੇ ਕਿਸਾਨ ਪਰੇਡ ਨੂੰ ਡਿਸਟਰਬ ਕਰਨਾ ਚਾਹੁੰਦੇ ਨੇ। ਉਹਨਾਂ ਦਾ ਮਕਸਦ ਹੈ ਕਿ ਕਿਸਾਨ ਪਰੇਡ ਡਿਸਟਰਬ ਹੋਵੇ, ਭਾਰਤ ਸਰਕਾਰ ਤੇ ਕਿਸਾਨਾਂ ਦੇ ਵਿੱਚ ਜਿਹੜੀ ਗੱਲਬਾਤ ਅੱਗੇ ਵਧ ਰਹੀ ਹੈ ਉਹ ਟੁੱਟੇ ਬੁਰੀ ਤਰ੍ਹਾਂ ਨਾਲ। ਔਰ ਭਾਰਤ ਦੇ ਖਿਲਾਫ ਕਿਤੇ ਨਾ ਕਿਤੇ ਜਿਹੜੇ ਉਹ 308 ਟਵਿੱਟਰ ਹੈਂਡਲ ਨੇ ਜਿਹੜੇ ਪਾਕਿਸਤਾਨ ਤੋਂ ਆਪਰੇਟ ਹੋ ਰਹੇ ਨੇ, ਉਹਨਾਂ ਦੇ ਵਿੱਚ ਭਾਰਤ ਖਿਲਾਫ, ਕਿਸਾਨ ਅੰਦੋਲਨ ਖਿਲਾਫ ਗੱਲਾਂ ਕੀਤੀਆਂ ਜਾ ਰਹੀਆਂ ਨੇ। ਸੋ ਬੜੇ ਸੁਚੇਤ ਹੋਣ ਦੀ ਲੋੜ ਹੈ ਸਾਰੇ ਸਾਡੇ ਕਿਸਾਨਾਂ ਨੂੰ कि कोई बेगाने मुल्क च बैठा साजिश करता किते साडे च फिक ना पा के जावे। सो ठीक है, साडी सरकार हजे मंगां नहीं मान रही, मान लैणियां चाहीदियां सी, पर फिर भी साडी अपनी सरकार है और गणतंत्र दिहाड़ा साडा अपना गणतंत्र है। असीं आप शहीदियां दे के साडे बजुर्गां ने आज़ादी लैके दित्ती है। सो गणतंत्र दिहाड़ा बड़ा पवित्र दिन है और किसानां नूं भी ज़ाबता बना के रखना पैना है। कोई भी व्यक्ति किते हिंसा की घटना ना कर जे। किसान परेड की आड़ दे विच बड़ी नज़र रखने की जरूरत किसानों नूं है। किसान लीडर भी अपीलां जारी कर रहे हैं। दिल्ली पुलिस के जिहड़े जॉइंट जिहड़े कमिश्नर ने, कमिश्नर पुलिस जिहड़े ने इंटैलीजेंस दे, उन्हां दी गल सुनदे हां मिस्टर पाठक ने। जो किसानों का, जो फार्मर्स का, संयुक्त किसान मोर्चा का, उनकी जो इच्छा ट्रैक्टर रैली के रूप में दिल्ली में आकर उसे निकालने की थी, उसको रेस्पेक्ट करते हुए दिल्ली के 3 जगहों से, जहां पर वो दिल्ली के मुहाने पे जहां बैठे हैं, जो कि सिंघू बॉर्डर है, टीकरी बॉर्डर है और गाजीपुर बॉर्डर है, वहां पर से उन्हें सीधे जो बैरिकेड्स और जो सिक्योरिटी अरेंजमेंट जो हमारा लगा है वहां से उसे हटाकर उनको दिल्ली के अंदर उन मेन रोड्स पे कुछ किलोमीटर तक अंदर आए और आने के बाद जो रिपब्लिक डे सेलिब्रेशन और रिपब्लिक डे सिक्योरिटी अरेंजमेंट का जो आर्टेरियल रोड्स जो रिक्वायरमेंट है उससे थोड़ा पहले उनको दाहिने बाएं टर्न कराकर एक रेस्पेक्टेबल स्ट्रेच, जो अगर उसको हम उसका आकलन करें तो करीब 63 से 64 किलोमीटर का स्ट्रेच टिकरी बॉर्डर से एंटर करने पर और वही करीब 62-63 किलोमीटर का स्ट्रेच जब हम सिंघू बॉर्डर से एंटर करते हैं तब, और गाजीपुर से जब एंटर करते हैं तो तकरीबन 46 किलोमीटर का जो स्ट्रेच जो टोटल साइकिल है और जो एक्सपेक्टेड ट्रैक्टर्स की संख्या है वो इस तरह से डिस्ट्रीब्यूटेड हो कि ये जो सर्कुलेशन है ये एक ऑप्टिमम तरीके से, ये पीसफुल और डिसिप्लिन तरीके से हो। इस पर इन प्रिंसिपल एग्रीमेंट हो गया है। इस ट्रैक्टर रैली को डिस्टर्ब करने के बहुत सारे इनपुट्स इंटेलिजेंस के थ्रू और वेरियस एजेंसीज के थ्रू ये बार बार आ रहे हैं।
हम लोगों ने सोशल मीडिया एनालिसिस, एक प्रोफेशनल एनालिसिस के जरिए अगर एक नमूने के तौर पर, एक एग्जाम्पल के तौर पर अगर बताएं तो 13 जनवरी से 18 जनवरी का इस 7 दिन के एनालिसिस में जो फार्मर्स, ये जो प्रोटेस्ट है, ये जो ट्रैक्टर रैली है, इसको डिस्टर्ब करने के लिए या इसमें एक सेंसेशन पैदा करने के लिए या इसको डिस्टर्ब करने के लिए, इसमें जितने जो लोग इससे जुड़े हुए हैं उनके मन में एक भ्रम पैदा करने के लिए 308 ट्विटर हैंडल पाकिस्तान से जनरेट हुए हैं और वो कॉन्टिन्यूअस इस पर काम कर रहे हैं ताकि एक कंफ्यूजन की स्थिति पैदा हो, एक वैमनस्यता की स्थिति पैदा हो। तो इन सब को ध्यान में रखते हुए और इसके अलावा और भी इनपुट है, देश के बहुत सारे जगहों से ये इनपुट है कि जिस समय में ये रैली होगी उस समय में हम उसमें कुछ गड़बड़ी पैदा करेंगे, उसमें कोई लॉ एंड ऑर्डर सिचुएशन पैदा करेंगे ताकि एक डिस्टर्ब सिचुएशन पैदा हो जाए और एक डिस्टर्ब परसेप्शन पैदा हो जाए। तो इसका भी ध्यान रखते हुए इस विषय पर भी उनके साथ एक सशक्त संवाद पैदा किया और जो ये एरियाज जो हमने डिसाइड किए ताकि इन जगहों पे एक हाई लेवल का एक फेल प्रूफ सिक्योरिटी, उन सिक्योर्ड वातावरण में, सिक्योर्ड माहौल में और सिक्योर्ड रूट पर उनकी ट्रैक्टर रैली को हम सफल तरीके से संपन्न करा पाए। ਉਧਰ ਕਾਂਗਰਸੀ सांसद ਰਵਨੀਤ ਬਿੱਟੂ ਜਦੋਂ ਬੀਤੇ ਦਿਨੀ ਗੁਰੂ ਤੇਗ ਬਹਾਦਰ ਮੈਮੋਰੀਅਲ ਦੇ ਵਿੱਚ ਪਹੁੰਚੇ ਅਤੇ ਉੱਥੇ ਜਨ ਸੰਸਦ ਕਰਵਾਈ ਜਾ ਰਹੀ ਸੀ। ਇਸ ਜਨ ਸੰਸਦ ਨੂੰ ਸੰਬੋਧਨ ਕਰਨਾ ਸੀ ਰਵਨੀਤ ਬਿੱਟੂ ਨੇ। ਉਸੇ ਦੌਰਾਨ ਇੱਕ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਰਵਨੀਤ ਬਿੱਟੂ ਦੇ ਉੱਤੇ ਆਮ ਲੋਕਾਂ ਦੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ, ਇਸ ਹਮਲੇ ਨੂੰ ਲੈ ਕੇ ਸ਼ਰਾਰਤੀ ਅਨਸਰਾਂ ਦੇ ਉੱਤੇ ਰਵਨੀਤ ਬਿੱਟੂ ਨੇ ਵੀ ਟਿੱਪਣੀ ਕੀਤੀ ਹੈ। ਜ਼ਰੂਰ ਤਿੰਨੋਂ ਇਕੱਠੇ ਹੋ ਕੇ ਔਜਲਾ ਸਾਹਿਬ, ਜੀਰਾ ਜੀ, ਮੈਂ, ਅਸੀਂ ਜਾ ਕੇ ਉੱਥੇ ਸਾਰੇ ਜਦੋਂ ਉਤਰੇ ਉਹਨਾਂ ਨੇ ਕਦੇ ਫੋਟੋਆਂ ਕਦੇ ਤਸਵੀਰਾਂ ਖਿੱਚ ਰਹੇ ਸੀ, ਬੜੇ ਖੁਸ਼ੀ ਨਾਲ ਉਹ ਸਾਡੇ ਨਾਲ ਵੀ ਤੁਸੀਂ ਬਹੁਤ ਵਧੀਆ ਜੀ 40-50 ਦਿਨ ਹੋ ਗਏ, ਕੌਣ ਬੈਠਾ ਹੈ, ਤੁਸੀਂ ਬੈਠੇ ਹੋ। ਤੇ ਇੱਕਦਮ ਜਿਵੇਂ ਗੁਰਿੱਲਾ ਵਾਰ ਚੱਲਦੀ ਹੁੰਦੀ ਆ, ਉਹ ਲੋਕ ਨੇ ਝੰਡੇ ਲੈ ਕੇ ਉੱਥੋਂ ਹਜ਼ਾਰਾਂ ਦੀ ਗਿਣਤੀ 'ਚ ਲੈ ਕੇ ਸਾਡੇ ਤੇ ਹਮਲਾ ਕੀਤਾ। ਅਸੀਂ ਤਾਂ ਕੋਈ ਗਨਮੈਨ ਨਹੀਂ ਸਾਡੇ ਨਾਲ, ਅਸੀਂ ਤਾਂ ਇਕੱਲੇ ਇੱਕ ਪਰਨੇ ਬੰਨ੍ਹ ਕੇ ਗਏ ਸੀ, ਕੋਈ ਸਾਡੇ ਨਾਲ ਸਿਕਿਉਰਿਟੀ ਨਹੀਂ ਸੀ। ਅਸੀਂ ਬਥੇਰਾ ਕਿਹਾ ਵੀ ਬੇਟਾ ਆਪਾਂ ਤਾਂ ਪੂਰੇ ਦਿੱਲੀ 'ਚ ਆ, ਦਿੱਲੀ 'ਚ ਪੰਜਾਬ ਦਾ ਏਕਾ ਦਿਖਾਈਏ, ਆਪਾਂ ਇੱਕ ਦੂਜੇ ਦੀ ਪੱਗ ਲਾ ਕੇ ਨਾ ਦਿਖਾਈਏ ਪੰਜਾਬ 'ਚ। ਉਧਰ ਕਿਸਾਨੀ ਅੰਦੋਲਨ ਦੇ ਚੱਲਦਿਆਂ ਪੰਜਾਬ ਦੇ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਉੱਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਨਗਰ ਨਿਗਮ ਚੋਣਾਂ ਦੇ ਬਾਈਕਾਟ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਜਿੱਥੇ ਫਿਰੋਜ਼ਪੁਰ ਦੇ ਭਾਰਤ ਨਗਰ ਦੇ ਵਿੱਚ ਨਗਰ ਨਿਗਮ ਚੋਣਾਂ ਦਾ ਸਰਬਸੰਮਤੀ ਦੇ ਨਾਲ ਬਾਈਕਾਟ ਕੀਤਾ ਗਿਆ। ਦੱਸ ਦਈਏ ਕਿ ਮੁਹੱਲਾ ਨਿਵਾਸੀਆਂ ਦੇ ਵੱਲੋਂ ਇੱਥੇ ਇੱਕ ਮੀਟਿੰਗ ਕੀਤੀ ਗਈ ਜਿਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਹੈ ਕਿ ਜਦੋਂ ਤੱਕ ਕਿਸਾਨੀ ਅੰਦੋਲਨ ਦਾ ਕੋਈ ਠੋਸ ਹੱਲ ਨਹੀਂ ਨਿਕਲ ਜਾਂਦਾ ਉਦੋਂ ਤੱਕ ਇਹਨਾਂ ਦੇ ਮੁਹੱਲੇ ਦੇ ਵਿੱਚ ਕਿਸੇ ਵੀ ਕਿਸਮ ਦੀਆਂ ਨਗਰ ਨਿਗਮ ਚੋਣਾਂ ਨੂੰ ਸਾਥ ਨਹੀਂ ਦਿੱਤਾ ਜਾਵੇਗਾ। ਤੇ ਉਹਨਾਂ ਨੇ ਕਿਹਾ ਕਿ ਅਸੀਂ ਪੂਰਨ ਤੌਰ ਦੇ ਉੱਤੇ ਚੋਣਾਂ ਦਾ ਜਿਹੜਾ ਬਾਈਕਾਟ ਇਸ ਕਿਸਾਨੀ ਸੰਘਰਸ਼ ਦੇ ਦੌਰਾਨ ਕਰਾਂਗੇ ਜਦੋਂ ਤੱਕ ਕਿਸਾਨਾਂ ਦੇ ਮੁਸ਼ਕਲਾਂ ਦਾ ਕੋਈ ਠੋਸ ਹੱਲ ਸਾਹਮਣੇ ਨਹੀਂ ਆ ਜਾਂਦਾ। ਭਗਵਾਨ ਸਿੰਘ, ਗਲੀ ਨੰਬਰ 1, ਭਾਰਤ ਨਗਰ, ਫਿਰੋਜ਼ਪੁਰ ਸ਼ਹਿਰ। ਅਸੀਂ ਲਿਖਿਆ ਜੀ ਇੱਥੇ ਕੋਈ ਵੀ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਇੱਥੇ ਕੋਈ ਵੀ ਬੰਦਾ ਵੋਟ ਮੰਗਣ ਨਾ ਆਵੇ ਸਾਡੇ ਮੁਹੱਲੇ 'ਚ। ਜਿੰਨਾ ਚਿਰ ਸਾਡੇ ਕਿਸਾਨ ਭਰਾਵਾਂ ਦੇ ਉੱਤੇ ਕੋਈ ਮੁੱਦਾ ਹੱਲ ਨਹੀਂ ਹੁੰਦਾ, ਜਿੰਨਾ ਚਿਰ ਕੋਈ ਸਰਕਾਰ ਮੰਨਦੀ ਨਹੀਂ ਪਈ, ਅਸੀਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ, ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਕੋਲ ਕੋਈ ਪਾਰਟੀ ਵਾਲਾ ਪਾਰਟੀ ਬਾਈ ਦੇ ਵਿੱਚ ਅਸੀਂ ਪੈਂਦੇ ਹਾਂ। ਪਾਰਟੀ ਬਾਈ ਤੋਂ ਉੱਪਰ ਉੱਠ ਕੇ ਅਸੀਂ ਕਹਿੰਦੇ ਹਾਂ ਵੀ ਜਿੰਨਾ ਚਿਰ ਸਾਡੇ ਕਿਸਾਨ ਭਰਾਵਾਂ, ਸਾਡੀ ਆਪ ਦੀਆਂ ਖੁਦ ਦੀਆਂ ਮੁਸ਼ਕਲਾਂ ਨੇ, ਜਿੰਨਾ ਚਿਰ ਹੱਲ ਨਹੀਂ ਉੱਥੇ ਹੁੰਦੀਆਂ, ਜਿੰਨਾ ਬਿੱਲ ਕੈਂਸਲ ਨਹੀਂ ਹੁੰਦੇ, ਸਾਡੇ ਕਿਸਾਨ ਭਰਾਵਾਂ ਦੀ ਜਿੱਤ ਨਹੀਂ ਉਹਨਾਂ ਚਿਰ ਹੁੰਦੀ। ਅਤੇ ਅਸੀਂ ਵੀ ਉੱਥੇ ਜਾ ਕੇ ਆਏ ਹਾਂ। ਸਾਡੇ ਵਿੱਚੋਂ ਮੇਰੇ ਤੋਂ ਛੋਟੇ ਬ੍ਰਦਰ ਦੀ ਡੈਥ ਹੋ ਗਈ ਹਾਰਟ ਅਟੈਕ ਨਾਲ, ਉਹਦੇ ਕਰਕੇ ਅਸੀਂ ਆਏ ਹਾਂ। ਅਤੇ ਉਦੋਂ ਪਹਿਲਾਂ ਜੇ ਤਾਂ ਹੋ ਗਿਆ ਪ੍ਰੋਗਰਾਮ ਪਾਠ ਤੋਂ ਹੋ ਗਿਆ ਤਾਂ ਅਸੀਂ ਚਲੇ ਜਾਣਾ, ਨਹੀਂ ਤਾਂ ਵਾਪਸ ਉੱਥੇ ਭੋਗ ਪਵਾ ਕੇ ਅਸੀਂ ਜ਼ਰੂਰ ਜਾਵਾਂਗੇ ਜੀ 26 ਤਰੀਕ 'ਤੇ। ਇਹ ਸਾਡਾ ਮੁਹੱਲਾ ਭਾਰਤ ਨਗਰ ਜੀ, ਗਲੀ ਨੰਬਰ 1, ਫਿਰੋਜ਼ਪੁਰ ਸ਼ਹਿਰ। ਅਸੀਂ ਇਹ ਬੈਨਰ ਲਾਇਆ ਜੀ ਕਿ ਕੋਈ ਵੀ ਕੈਂਡੀਡੇਟ ਜਿਹੜਾ ਮਿਊਨਸਿਪਲ ਕਮੇਟੀ ਦੇ ਇਲੈਕਸ਼ਨ ਆ ਰਹੇ ਨੇ ਸਾਡੇ ਕੋਲ ਵੋਟ ਮੰਗਣ ਨਾ ਆਵੇ, ਬਸ਼ਰਤੇ ਜਿੰਨੀ ਦੇਰ ਆਪਣਾ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੋ ਜਾਂਦਾ। ਜੋ ਸਰਕਾਰ ਨੇ ਕਿਸਾਨਾਂ ਪ੍ਰਤੀ ਇਹ ਕਾਲੇ ਕਾਨੂੰਨ ਬਣਾਏ ਨੇ
ਇਹ ਰੱਦ ਹੋਣੇ ਚਾਹੀਦੇ ਨੇ। ਸਾਡਾ ਕਿਸਾਨ ਮਾਈਨਸ ਡਿਗਰੀ ਤਾਪਮਾਨ ਦੇ ਉੱਤੇ ਬਾਰਡਰਾਂ ਦੇ ਉੱਤੇ ਬੈਠਾ ਹੈ, ਜਿਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਹਾਂਜੀ, ਗਲੀ ਨੰਬਰ 1 ਭਾਰਤ ਨਗਰ ਫਿਰੋਜ਼ਪੁਰ ਸ਼ਹਿਰ, ਅਸੀਂ ਸਾਰਿਆਂ ਨੇ ਮੀਟਿੰਗ ਕੀਤੀ ਸੀ। ਅਸੀਂ ਦੂਜਾ ਨਾ ਕਿ ਕਿਸੇ ਨੂੰ ਵੋਟ ਨਹੀਂ ਪਾਉਣੀ ਤੇ ਨਾ ਇੱਥੇ ਕੋਈ ਵੋਟ ਮੰਗਣ ਆਵੇ, ਜਿਹਨਾਂ ਇੱਕ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ। ਸੰਘਰਸ਼ ਅਸੀਂ ਆਪ ਖੁਦ ਉੱਥੇ ਹੋ ਕੇ ਆਏ, ਅਸੀਂ ਆਪ ਜ਼ਿਮੀਂਦਾਰ ਹਾਂ। ਉੱਥੇ ਸਾਡੇ ਕਿੰਨੇ ਜ਼ਿਮੀਂਦਾਰ ਭਰਾ ਮਰ ਗਏ ਨੇ। ਗੌਰਮੈਂਟ ਨੂੰ ਇਹਦਾ ਕੋਈ ਕਿਸੇ ਦਾ ਨਹੀਂ ਹੈਗਾ ਜੀ। ਉਹ ਆਦੀਆਂ ਰੋਟੀਆਂ ਸੇਕਣ ਲੱਗੇ ਹੋਏ ਨੇ, ਉਹਨਾਂ ਕਿਸੇ ਨਾਲ ਨਹੀਂ ਕੋਈ ਆਪਸ਼ਨ ਹੋਣਾ ਚਾਹੀਦਾ। ਇਲੈਕਸ਼ਨ ਹੋਣਾ ਨਹੀਂ ਚਾਹੀਦਾ ਸੀ ਜਿਹੜਾ ਇਲੈਕਸ਼ਨ ਕਰਾਇਆ। ਉਧਰ ਜਲਿਆਂਵਾਲੇ ਬਾਗ ਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇੱਕ ਨਵੀਂ ਯਾਦਗਾਰ ਬਣਨ ਜਾ ਰਹੀ ਹੈ, ਜਿਸ ਯਾਦਗਾਰ ਦਾ ਉਦਘਾਟਨ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੀਤਾ ਜਾਣਾ ਹੈ। ਦੱਸ ਦਈਏ ਕਿ ਇਸ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਬੀਤੇ ਦਿਨਾਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਰਾਜਕੁਮਾਰ ਵੇਰਕਾ ਪਹੁੰਚੇ ਸੀ, ਜਿਨ੍ਹਾਂ ਨੇ ਵਿਸਥਾਰ ਦੇ ਨਾਲ ਦੱਸਿਆ ਹੈ ਕਿ ਸਮਾਰਕ ਕਿਸ ਤਰ੍ਹਾਂ ਬਣਨ ਜਾ ਰਿਹਾ ਹੈ ਅਤੇ ਇਸ ਸਮਾਰਕ ਦੇ ਵਿੱਚ ਕਿਹੋ ਜਿਹੇ ਪ੍ਰਬੰਧ ਖਾਸ ਤੌਰ ਦੇ ਉੱਤੇ ਕੀਤੇ ਜਾ ਰਹੇ ਨੇ। ਦੱਸ ਦਈਏ ਕਿ ਇਸ ਦੇ ਵਿੱਚ ਖਾਸ ਗੱਲ ਇਹ ਹੈ ਕਿ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਦੇ ਉਹਨਾਂ 400 ਪਰਿਵਾਰਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਹੈ ਤੇ ਉਹਨਾਂ ਪਰਿਵਾਰਾਂ ਦੇ ਘਰਾਂ ਦੀ ਮਿੱਟੀ ਲਿਆ ਕੇ ਇਸ ਸਮਾਰਕ ਦੀ ਹਿੱਸਾ ਬਣਾਇਆ ਜਾਵੇਗਾ। ਬਈ ਇਹ 492 ਲੋਕਾਂ ਦੀ ਯਾਦਗਾਰ ਹੈ ਔਰ ਇਹਦੇ ਵਾਸਤੇ ਅਸੀਂ ਉਹਨਾਂ ਦੇ ਘਰਾਂ ਦੀ ਮਿੱਟੀ, ਉਹਨਾਂ ਦੇ ਪਿੰਡਾਂ ਦੀ ਮਿੱਟੀ ਇਹ ਲਿਆ ਕੇ ਸਿੰਬਲ ਆਫ ਯੂਨਿਟੀ ਇੱਥੇ ਬਣਾ ਰਹੇ ਹਾਂ। ਇਹ 4 ਕਰੋੜ ਰੁਪਏ ਦੀ ਲਾਗਤ ਦੇ ਨਾਲ ਉਹਨਾਂ ਵਾਸਤੇ ਕੀਤਾ ਜਾ ਰਿਹਾ ਹੈ। ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਉਹ ਜਿਹੜੇ ਜਲਿਆਂਵਾਲੇ ਬਾਗ ਦੀਆਂ ਫੈਮਲੀਆਂ ਹੈ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ, ਉਹਨਾਂ ਨੂੰ ਦੇ ਵਾਸਤੇ ਖਾਸ ਸਨਮਾਨ ਰੱਖਿਆ। 100 ਸਾਲਾ ਜਲਿਆਂਵਾਲੇ ਬਾਗ ਦਾ ਪੂਰਾ ਹੋਇਆ, ਉਹਦੀ ਯਾਦ ਦੇ ਵਿੱਚ ਇਹ ਸਮਾਗਮ, ਉਹਦੀ ਯਾਦ ਦੇ ਵਿੱਚ ਇਹ ਯਾਦਗਾਰ ਆ ਔਰ ਉਹਦੇ ਵਾਸਤੇ ਅਸੀਂ ਇਹ ਕੱਲ ਇਹ ਸਮਾਗਮ ਕਰਨ ਜਾ ਰਹੇ ਹਾਂ। ਮੈਂ ਸਮਝਦਾ ਕਿ ਬਹੁਤ ਖੂਬਸੂਰਤ ਸਮਾਗਮ ਹੈ ਔਰ ਸਾਨੂੰ ਸਾਰੇ ਵਾਸਤੇ ਸ਼ੁਭ ਸਮਾਗਮ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਇੱਕ ਚਿੱਠੀ ਲਿਖੀ ਗਈ ਹੈ, ਜਿਸ ਦੇ ਵਿੱਚ ਉਹਨਾਂ ਵੱਖ-ਵੱਖ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਸਿੱਖ ਇਤਿਹਾਸ ਬੋਰਡ ਦੀ ਜਿਹੜੀ ਹੈ ਉਹ ਮੀਟਿੰਗ ਹੋਈ। ਬਹੁਤ ਸਾਰੀਆਂ ਜਿੱਥੇ ਵਿਚਾਰਾਂ ਕੀਤੀਆਂ ਗਈਆਂ, ਉੱਥੇ ਖਾਸ ਕਰਕੇ 400 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ, ਉਹਦੇ ਸੰਬੰਧ ਵਿੱਚ ਬਹੁਤ ਹੀ ਡੂੰਘੀਆਂ ਤੇ ਬੜੀਆਂ ਹੀ ਕੀਮਤੀ ਵਿਚਾਰਾਂ ਜਿਹੜੀਆਂ ਇਤਿਹਾਸਕਾਰ ਖੋਜ ਕੇਂਦਰ ਨਾਲ ਜਿਹੜੀ ਸੰਬੰਧਿਤ ਹੈ ਉਹਨਾਂ ਦੇ ਵਿੱਚ ਕੀਤੀਆਂ ਗਈਆਂ। ਸਭ ਤੋਂ ਪਹਿਲੀ ਜਿਹੜੀ ਗੱਲ ਹੈ ਇਹ ਕੀਤਾ ਗਿਆ ਕਿ ਭਾਰਤ ਸਰਕਾਰ ਨੂੰ ਇਹ ਲਿਖਿਆ ਜਾਵੇ ਕਿ 400 ਸਾਲਾਂ ਦੇ ਸੰਬੰਧ ਵਿੱਚ ਇੱਕ ਤੇ ਟਿਕਟ ਜਾਰੀ ਕਰਨ, ਇੱਕ ਸਿੱਕਾ ਜਾਰੀ ਕਰਨ ਅਤੇ ਇੱਕ ਇਨਵੈਲਪ ਲਿਫਾਫਾ ਇਤਿਹਾਸਕ ਜਿਹੜਾ ਉਹ ਜਾਰੀ ਕਰਨ। ਉਹਦੀ ਚਿੱਠੀ ਜਿਹੜੀ ਅਸੀਂ ਅੱਜ ਹੀ ਕੱਢਾਂਗੇ, ਕਿਉਂਕਿ ਇਹਦੇ ਵਿੱਚ ਜਿਹੜੀ ਫੈਸਲਾ ਲਿਆ ਗਿਆ ਕਿ ਇਹ ਭਾਰਤ ਸਰਕਾਰ ਨੂੰ ਲਿਖਿਆ ਜਾਏਗਾ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇਹਨਾਂ ਹੀ, ਫਿਰ ਮੁੜ ਹਾਜ਼ਰ ਹੁੰਦੇ ਹਾਂ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।